ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੈਲਟਰ ਗੁਰਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ। ਇਹਨਾਂ ਦੇ ਫੋਨ ਨੰਬਰ ਵੀ TV ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਝੁੜਵੀਆਂ ਖਬਰਾਂ। ਸਪਲਾਈ ਚੇਨ ਵਿੱਚ ਰੁਕਾਵਟ ਕਾਰਨ ਠੱਪ ਖੜੇ ਨੇ ਇੰਡੀਗੋ ਦੇ 30 ਜਹਾਜ਼। ਇੰਗਲੈਂਡ ਦੇ 6 ਨਾਗਰਿਕਾਂ ਚੋਂ ਇੱਕ ਵਿਦੇਸ਼ੀ, ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ। ਪੰਜਾਬਣ ਨਾਲ ਜ਼ਬਰ ਜਨਾਹ ਕਰਨ ਵਾਲੇ ਕੈਨੇਡੀਅਨ ਨੂੰ 7 ਸਾਲ ਦੀ ਕੈਦ। ਅਮਰੀਕਾ 'ਚ ਭਾਰਤੀ ਮੂਲ ਦੀ ਅਰੁਣਾ ਮਿਲਰ ਨੇ ਰਚਿਆ ਇਤਿਹਾਸ, ਬਣੀ ਲੈਫਟੀਨੈਂਟ ਗਵਰਨਰ। ਅਮਰੀਕਾ 'ਚ ਪਹਿਲੀ ਸਮਲਿੰਗੀ ਮਹਿਲਾ ਗਵਰਨਰ ਬਣੀ ਮੌਰਾ ਹੇਲੀ। ਵਾਈਡੇਨ ਲਈ ਅਗਨੀ ਪ੍ਰੀਖਿਆ, ਡੋਨਾਲਡ ਟਰੰਪ ਨੇ ਕਿਹਾ 15 ਨਵੰਬਰ ਨੂੰ ਕਰਾਂਗਾ ਵੱਡਾ ਐਲਾਨ। ਭਾਰਤੀ ਅਮਰੀਕੀ ਮਹਿਲਾ ਪ੍ਰੋਫੈਸਰ ਨੂੰ ਮਸ਼ੀਨ ਲਰਨਿੰਗ ਸਿਸਟਮ ਦੇ ਅਧਿਐਨ ਦੇ ਲਈ ਮਿਲਿਆ ਐਮਾਜ਼ਨ ਰਿਸਰਚ ਅਵਾਰਡ। ਅਮਰੀਕਾ, ਆਸਟ੍ਰੇਲੀਆ ਅਤੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਦਿਸਿਆ ਚੰਨ ਗ੍ਰਹਿਣ ਦਾ ਖੂਬਸੂਰਤ ਨਜ਼ਾਰਾ। ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਘਰੇਲੂ ਹਵਾਬਾਜ਼ੀ ਕੰਪਨੀ ਇੰਡੀਗੋ ਦੇ ਲਗਭਗ 30 ਜਹਾਜ਼ ਸਪਲਾਈ ਚੇਨ ਵਿੱਚ ਰੁਕਾਵਟ ਕਾਰਨ ਠੱਪ ਖੜੇ ਨੇ। ਇਸ ਦੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਲੀਜ਼ ਤੇ ਜਹਾਜ਼ਾਂ ਲਈ ਹੋਰ ਵਿਕਲਪਾਂ ਦਾ ਮੁਲਾਂਕਣ ਕਰ ਰਹੀ ਹੈ। ਇੱਕ ਸੂਤਰ ਦੇ ਮੁਤਾਬਕ ਇੰਡੀਗੋ ਦੇ 30 ਜਹਾਜ਼ ਸਪਲਾਈ ਚੇਨ ਦੀਆਂ ਸਮੱਸਿਆਵਾਂ ਕਾਰਨ ਬੰਦ ਖੜੇ ਹੋਏ ਨੇ। ਸੰਪਰਕ ਕਰਨ ਤੇ ਇੰਡੀਗੋ ਦੀ ਇੱਕ ਬੁਲਾਰੇ ਨੇ ਸੋਮਵਾਰ ਨੂੰ PTI ਭਾਸ਼ਾ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੰਪਨੀ ਦੇ ਕਰੀਬ 30 ਜਹਾਜ਼ ਠੱਪ ਖੜੇ ਹੋਏ ਨੇ। ਬੁਲਾਰੇ ਨੇ ਕਿਹਾ ਕਿ ਗਲੋਬਲ ਪੱਧਰ ਤੇ ਹਵਾਬਾਜ਼ੀ ਉਦਯੋਗ ਨੂੰ ਸਪਲਾਈ ਚੇਨ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਹਵਾਬਾਜ਼ੀ ਸਲਾਹਕਾਰ ਕੰਪਨੀ CAPA ਨੇ ਕਿਹਾ ਸੀ ਕਿ ਭਾਰਤੀ ਹਵਾਬਾਜ਼ੀ ਕੰਪਨੀਆਂ ਦੇ 75 ਤੋਂ ਵੱਧ ਜਹਾਜ਼ ਮੌਜੂਦਾ ਸਮੇਂ 'ਚ ਰੱਖ ਰਖਾਅ ਅਤੇ ਇੰਜਣ ਨਾਲ ਸੰਬੰਧਿਤ ਮੁੱਦਿਆਂ ਕਾਰਨ ਬੰਦ ਖੜੇ ਹੋਏ ਨੇ। ਦੇਸ਼ ਦੀ 2021 ਦੀ ਮਰਦਸ਼ੁਮਾਰੀ ਦੇ ਆਧਾਰ ਤੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਇੰਗਲੈਂਡ ਅਤੇ ਵੇਲਜ਼ ਵਿੱਚ ਰਹਿਣ ਵਾਲੇ 6 ਲੋਕਾਂ ਵਿੱਚੋਂ ਇੱਕ ਦਾ ਜਨਮ ਦੇਸ਼ ਤੋਂ ਬਾਹਰ ਹੋਇਆ ਸੀ ਅਤੇ 1.5% ਵਸਨੀਕਾਂ ਨਾਲ ਭਾਰਤੀਆਂ ਦਾ ਹਿੱਸਾ ਸਭ ਤੋਂ ਵੱਡਾ ਸੀ। ਬ੍ਰਿਟੇਨ ਦੇ ਨੈਸ਼ਨਲ ਸਟੈਟਿਸਟਿਕਸ ਦਫ਼ਤਰ ਨੇ ਪਾਇਆ ਹੈ ਕਿ ਭਾਰਤ ਪਿਛਲੇ ਸਾਲ 9,20,000 ਲੋਕਾਂ ਦੇ ਨਾਲ UK 'ਚੋਂ ਬਾਹਰ ਪੈਦਾ ਹੋਏ ਨਿਵਾਸੀਆਂ ਦੇ ਲਿਹਾਜ਼ ਨਾਲ ਸਭ ਤੋਂ ਵੱਧ ਵਸਨੀਕਾਂ ਦੀ ਨੁਮਾਇੰਦਗੀ ਕਰਦਾ ਹੈ। ਇਸ ਤੋਂ ਬਾਅਦ ਪੋਲੈਂਡ ਵਿੱਚ 7,43,000 ਲੋਕ ਦੇਸ਼ ਵਿੱਚ ਰਹਿੰਦੇ ਨੇ। ਤੀਜੇ ਨੰਬਰ ਤੇ ਪਾਕਿਸਤਾਨ ਆਉਂਦਾ ਹੈ, ਜਿਸ ਦੇ ਵਸਨੀਕਾਂ ਦੀ ਗਿਣਤੀ 6,24,000 ਹੈ। ONS ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਇੰਗਲੈਂਡ ਅਤੇ ਵੇਲਜ਼ ਦੇ 6 ਆਮ ਨਿਵਾਸੀਆਂ 'ਚੋਂ ਇੱਕ UK ਤੋਂ ਬਾਹਰ ਪੈਦਾ ਹੋਇਆ ਸੀ ਅਤੇ ਇਸ ਅੰਕੜੇ ਵਿੱਚ 2011 ਤੋਂ 25 ਲੱਖ ਦਾ ਵਾਧਾ ਹੋਇਆ। ਇਸ ਵਿੱਚ ਕਿਹਾ ਗਿਆ ਹੈ ਭਾਰਤ ਬ੍ਰਿਟੇਨ ਤੋਂ ਬਾਹਰ ਪੈਦਾ ਹੋਏ ਨਿਵਾਸੀਆਂ ਦੇ ਲਿਹਾਜ਼ ਨਾਲ 2021 ਵਿੱਚ ਭਾਰਤ ਸਭ ਤੋਂ ਆਮ ਦੇਸ਼ ਰਿਹਾ। ਰਿਲੀਜ਼ ਦੇ ਅਨੁਸਾਰ ਇੰਗਲੈਂਡ ਅਤੇ ਵੇਲਜ਼ ਦੇ ਲਈ ਬ੍ਰਿਟੇਨ ਤੋਂ ਬਾਹਰ ਜਨਮ ਦੇ ਸਿਖਰ 3 ਦੇਸ਼ 10 ਸਾਲ ਪਹਿਲਾਂ ਹੋਈ ਪਿਛਲੀ ਜਨਗਣਨਾ ਤੋਂ ਬਾਅਦ ਭਾਰਤ, ਪੋਲੈਂਡ ਅਤੇ ਪਾਕਿਸਤਾਨ ਦੇ ਰੂਪ ਵਿੱਚ ਬਰਕਰਾਰ ਨੇ ਅਤੇ ਸਾਰੀਆਂ ਸ਼੍ਰੇਣੀਆਂ ਵਿੱਚ ਸੰਖਿਆ ਵਧ ਰਹੀ ਹੈ। 2011 ਦੇ ਅੰਕੜਿਆਂ ਦੀ ਤੁਲਨਾ ਵਿੱਚ 6,94,000 ਤੋਂ 9,20,000 ਹੋ ਗਿਆ। ਪੋਲੈਂਡ 5,79,000 ਤੋਂ 7,43,000 ਅਤੇ ਪਾਕਿਸਤਾਨ 4,82,000 ਤੋਂ 6,24,000 ਹੋ ਗਿਆ। ਪੰਜਾਬ ਤੋਂ ਕੈਨੇਡਾ ਗਈ ਵਿਦਿਆਰਥਣ ਨਾਲ ਜ਼ਬਰ ਜਨਾਹ ਕਰਨ ਵਾਲੇ ਕੈਨੇਡੀਅਨ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 9 ਸਤੰਬਰ 2020 ਨੂੰ ਪੀਅਰਸਨ ਹਵਾਈ ਅੱਡੇ ਤੇ ਪੁੱਜੀ ਵਿਦਿਆਰਥਣ ਨੇ ਮੌਂਟਰੀਅਲ ਜਾਣਾ ਸੀ, ਪਰ ਇਸ ਤੋਂ ਪਹਿਲਾਂ ਵਾਪਰੇ ਹੌਲਨਾਕ ਘਟਨਾਕ੍ਰਮ ਨੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਵਿਦਿਆਰਥਣ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਸ ਨੂੰ PK ਦੇ ਨਾਂ ਨਾਲ ਸੰਬੋਧਿਤ ਕੀਤਾ ਗਿਆ। ਅਮਰੀਕਾ ਦੀ ਰਾਜਨੀਤੀ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਕਾਇਮ ਹੈ। ਮੱਧਕਾਲੀ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਪ੍ਰਤੀਨਿਧਤ ਸਭਾ 'ਚ ਭਾਰਤੀ ਅਮਰੀਕੀਆਂ ਦਾ 100% ਸਟ੍ਰਾਈਕ ਰੇਟ ਹੋ ਸਕਦਾ ਹੈ। ਲੱਖਾਂ ਅਮਰੀਕੀ ਵੋਟਰਾਂ ਨੇ ਰਾਜਪਾਲ, ਰਾਜ ਦੇ ਸਕੱਤਰ ਅਤੇ ਹੋਰ ਦਫ਼ਤਰਾਂ ਦੇ ਮੁਖੀਆਂ ਨੂੰ ਚੁਣਨ ਦੇ ਲਈ ਵੋਟ ਦਿੱਤੀ ਹੈ। ਇਸ ਦੌਰਾਨ ਭਾਰਤੀ ਮੂਲ ਦੇ ਇੱਕ ਹੋਰ ਵਿਅਕਤੀ ਨੇ ਅਮਰੀਕਾ ਵਿੱਚ ਇਤਿਹਾਸ ਰਚ ਦਿੱਤਾ ਹੈ। ਭਾਰਤੀ ਅਮਰੀਕੀ ਮਹਿਲਾ ਅਰੁਣਾ ਮਿਲਰ ਮੈਰੀਲੈਂਡ ਵਿੱਚ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਪ੍ਰਵਾਸੀ ਬਣ ਗਈ ਹੈ। ਇਸ ਤੋਂ ਇਲਾਵਾ ਚੋਣਾਂ ਵਿੱਚ ਭਾਰਤੀ ਮੂਲ ਦੇ ਅਮਰੀਕੀ ਅਮੀ ਬੇਰਾ, ਰਾਜਾ ਕ੍ਰਿਸ਼ਨਾ ਮੂਰਤੀ, ਰੌ ਖੰਨਾ ਅਤੇ ਪ੍ਰੈਮਿਲਾ ਜੈਪਾਲ ਦੇ ਮੁੜ ਚੁਣੇ ਜਾਣ ਦੀ ਸੰਭਾਵਨਾ ਹੈ। ਮੰਗਲਵਾਰ ਦੀਆਂ ਮੱਧਕਾਲੀ ਚੋਣਾਂ ਜਿੱਤਣ ਤੋਂ ਬਾਅਦ ਟਵੀਟਸ ਦੀ ਇੱਕ ਲੜੀ ਵਿੱਚ ਮਿਲਰ ਨੇ ਲਿਖਿਆ ਹੈ ਕਿ ਜਦੋਂ ਮੈਂ
1972 ਵਿੱਚ ਇਸ ਦੇਸ਼ ਵਿੱਚ ਆਈ ਸੀ। ਮੈਂ ਕਦੇ ਉਤਸ਼ਾਹਿਤ ਹੋਣਾ ਨਹੀਂ ਛੱਡਿਆ। ਮੈਂ ਯਕੀਨੀ ਬਣਾਉਣ ਲਈ ਕਦੇ ਵੀ ਲੜਨਾ ਨਹੀਂ ਛੱਡਾਂਗੀ ਕਿ ਇਹ ਵਾਅਦਾ ਸਾਰਿਆਂ ਲਈ ਉਪਲਬਧ ਹੈ। ਇਹ ਵਾਅਦਾ ਇੱਕ ਮੈਰੀਲੈਂਡ ਪ੍ਰਦਾਨ ਕਰਨ ਦੀ ਵਚਨਬੱਧਤਾ ਨਾਲ ਸ਼ੁਰੂ ਹੁੰਦਾ ਹੈ, ਜਿੱਥੇ ਅਸੀਂ ਕਿਸੇ ਨੂੰ ਪਿੱਛੇ ਨਹੀਂ ਛੱਡਦੇ ਹਾਂ। ਮਿਲਰ ਵੇਸ ਮੂਰ ਦਾ ਦੌੜਾਕ ਸਾਥੀ ਸੀ, ਜਿਸ ਨੂੰ ਮੈਰੀਲੈਂਡ ਦੇ ਪਹਿਲੇ ਅਫਰੀਕੀ ਅਮਰੀਕਨ ਗਵਰਨਰ ਵਜੋਂ ਚੁਣਿਆ ਗਿਆ। ਆਪਣੇ ਵੋਟਰਾਂ ਦਾ ਧੰਨਵਾਦ ਕਰਦਿਆਂ ਮਿਲਰ ਨੇ ਕਿਹਾ ਹੈ ਕਿ ਉਹ ਇੱਕ ਮੈਰੀਲੈਂਡ ਬਣਾਉਣਾ ਚਾਹੁੰਦੀ ਹੈ ਜਿੱਥੇ ਲੋਕ ਆਪਣੇ ਭਾਈਚਾਰੇ ਲਈ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ। ਮੈਂ ਤੁਹਾਡੇ ਤੋਂ ਕੁਝ ਮੰਗਣ ਤੋਂ ਪਹਿਲਾਂ ਹਰ ਚੀਜ਼ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇੱਥੇ ਹੋਣ ਅਤੇ ਇਸ ਪਲ ਦਾ ਹਿੱਸਾ ਬਣਨ ਦੇ ਲਈ ਤੁਹਾਡਾ ਧੰਨਵਾਦ। ਔਰ ਸਾਨੂੰ ਤੁਹਾਡੀ ਲੋੜ ਹੈ, ਸਾਨੂੰ ਤੁਹਾਡੀ ਉਮੀਦ ਦੀ ਲੋੜ ਹੈ, ਸਾਨੂੰ ਤੁਹਾਡੀਆਂ ਕਹਾਣੀਆਂ ਦੀ ਲੋੜ ਹੈ, ਸਾਨੂੰ ਤੁਹਾਡੀ ਸਾਂਝੇਦਾਰੀ ਦੀ ਲੋੜ ਹੈ ਅਤੇ ਮੈਂ ਤੁਹਾਨੂੰ ਇਹ ਵਾਅਦਾ ਕਰ ਸਕਦੀ ਹਾਂ, ਅਸੀਂ ਕੇਵਲ ਸ਼ੁਰੂਆਤ ਕਰ ਰਹੇ ਹਾਂ। ਉਹ ਅੱਗੇ ਕਹਿੰਦੇ ਨੇ ਕਿ ਮੈਰੀਲੈਂਡ ਅੱਜ ਰਾਤ ਤੁਸੀਂ ਰਾਸ਼ਟਰ ਨੂੰ ਦਿਖਾਇਆ ਹੈ ਕਿ ਇੱਕ ਛੋਟਾ ਪਰ ਸ਼ਕਤੀਸ਼ਾਲੀ ਰਾਜ ਕੀ ਕਰ ਸਕਦਾ ਹੈ ਜਦੋਂ ਲੋਕਤੰਤਰ VOTING ਤੇ ਹੁੰਦਾ ਹੈ। ਤੁਸੀਂ ਵੰਡ ਤੇ ਏਕਤਾ ਅਧਿਕਾਰਾਂ ਨੂੰ ਸੀਮਿਤ ਕਰਨਾ ਤੇ ਅਧਿਕਾਰਾਂ ਨੂੰ ਵਧਾਉਣਾ, ਡਰ ਤੇ ਉਮੀਦ ਨੂੰ ਚੁਣਿਆ। ਤੁਸੀਂ ਵੇਸ ਮੂਰ ਅਤੇ ਮੈਨੂੰ ਆਪਣਾ ਅਗਲਾ ਗਵਰਨਰ ਅਤੇ ਲੈਫਟੀਨੈਂਟ ਗਵਰਨਰ ਚੁਣਿਆ। 58 ਸਾਲਾ ਡੈਮੋਕ੍ਰੇਟ ਅਰੁਣਾ ਮਿਲਰ ਦਾ ਜਨਮ 6 ਨਵੰਬਰ 1964 ਨੂੰ ਆਂਧਰਾ ਪ੍ਰਦੇਸ਼ ਹੋਇਆ ਸੀ, ਜੋ ਭਾਰਤ ਵਿੱਚ ਸਥਿਤ ਹੈ। ਦੱਸਿਆ ਗਿਆ ਕਿ ਉਹ 7 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਨਾਲ ਅਮਰੀਕਾ ਆ ਗਈ ਸੀ। 1979 ਵਿੱਚ ਉਸਨੇ ਮਿਸੂਰੀ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਉਹਨਾਂ ਨੇ 25 ਸਾਲਾਂ ਲਈ ਮੌਂਟਗੋਮਰੀ ਕਾਉਂਟੀ ਵਿੱਚ ਸਥਾਨਕ ਆਵਾਜਾਈ ਵਿਭਾਗ ਲਈ ਵੀ ਕੰਮ ਕੀਤਾ। ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ। ਡੈਮੋਕ੍ਰੈਟਿਕ ਅਟਾਰਨੀ ਜਨਰਲ ਮੌਰਾ ਹੈਲੀ ਨੇ ਇਤਿਹਾਸ ਰਚ ਦਿੱਤਾ ਹੈ। ਉਸਨੂੰ ਮੈਸਾਚੁਸੇਟਸ ਦੀ ਗਵਰਨਰ ਚੁਣਿਆ ਗਿਆ। ਮੌਰਾ ਹੈਲੀ ਮੈਸਾਚੁਸੇਟਸ ਤੋਂ ਪਹਿਲਾਂ ਔਰਤ ਅਤੇ ਇਸ ਅਹੁਦੇ ਦੇ ਲਈ ਚੁਣੀ ਜਾਣ ਵਾਲੀ ਦੇਸ਼ ਦੀ ਪਹਿਲੀ ਸਮਲਿੰਗ ਉਮੀਦਵਾਰ ਹੈ। ਮੌਰਾ ਹੈਲੀ ਨੇ ਰਿਪਬਲਿਕਨ ਉਮੀਦਵਾਰ ਜ਼ਿਓਫ ਡੀਲ ਨੂੰ ਹਰਾਇਆ। ਮੌਰਾ ਹੈਲੀ ਨੂੰ 60% ਤੋਂ ਵੱਧ ਵੋਟਾਂ ਮਿਲੀਆਂ, ਜਦੋਂ ਕਿ ਜ਼ਿਓਫ ਡੀਲ ਨੂੰ ਕੇਵਲ 38% ਵੋਟਾਂ ਮਿਲੀਆਂ। ਡੀਲ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਹਾਸਲ ਸੀ। ਮੌਰਾ ਹੈਲੀ ਅਤੇ ਸਲੇਮ ਮੇਅਰ ਕ੍ਰਿਮ ਡ੍ਰਿਸਕੋਲ ਉਹਨਾਂ 3 ਮਹਿਲਾ ਗਵਰਨਰੇਟਾਂ ਜਾਂ ਲੈਫਟੀਨੈਂਟ ਗਵਰਨਰ ਉਮੀਦਵਾਰਾਂ ਵਿੱਚੋਂ ਨੇ ਜਿਨ੍ਹਾਂ ਦੀ ਜਿੱਤ ਨਾਲ ਚੋਣ ਦਿਵਸ ਦੀ ਸ਼ੁਰੂਆਤ ਹੋਈ। ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਲੱਖਾਂ ਲੋਕਾਂ ਨੇ ਵੋਟ ਪਾਈ। ਇਹ ਚੋਣਾਂ ਹਰ 2 ਸਾਲ ਬਾਅਦ ਹੁੰਦੀਆਂ ਨੇ। ਮੱਧਕਾਲੀ ਚੋਣਾਂ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਲ ਦੇ ਹਿੱਸੇ ਵਿੱਚ ਆਉਂਦੀਆਂ ਨੇ। ਅਮਰੀਕੀ ਰਾਸ਼ਟਰਪਤੀ ਦਾ ਕਾਰਜਕਾਲ 4 ਸਾਲਾਂ ਲਈ ਹੁੰਦਾ ਹੈ। ਪ੍ਰਤੀਨਿਧ ਸਭਾ ਦੀਆਂ ਸਾਰੀਆਂ 435 ਸੀਟਾਂ ਅਤੇ ਅਮਰੀਕੀ ਸੈਨੇਟ ਦੀਆਂ 100 ਵਿੱਚੋਂ ਲਗਭਗ 35 ਸੀਟਾਂ ਦੇ ਲਈ VOTING ਹੋਈ ਹੈ। ਅਮਰੀਕਾ ਦੇ ਵਿੱਚ ਮੱਧਕਾਲੀ ਚੋਣਾਂ ਹੋਈਆਂ, ਲੱਖਾਂ ਅਮਰੀਕੀ ਇਸ ਵਿੱਚ ਵੋਟ ਪਾਉਣ ਪਹੁੰਚੇ। ਅਮਰੀਕਾ ਦੇ ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਚੋਣਾਂ ਤੇ ਟਿਕੀਆਂ। ਮੱਧਕਾਲੀ ਚੋਣਾਂ ਸੱਤਾਧਾਰੀ ਜੋ ਬਾਈਡਨ ਦੇ ਨਾਲ ਡੋਨਾਲਡ ਟਰੰਪ ਲਈ ਇੱਕ ਅਗਨੀ ਪ੍ਰੀਖਿਆ ਹੈ। ਇਹਨਾਂ ਚੋਣਾਂ ਦੇ ਨਤੀਜੇ 2024 ਵਿੱਚ ਅਮਰੀਕੀ ਰਾਸ਼ਟਰਪਤੀ ਚੋਣ ਦੇ ਲਈ ਉਮੀਦਵਾਰ ਦਾ ਫੈਸਲਾ ਹੋਣਗੇ। ਔਰ ਡੋਨਾਲਡ ਟਰੰਪ ਨੇ ਓਹੀਓ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ਮੈਂ ਮੰਗਲਵਾਰ 15 ਨਵੰਬਰ ਨੂੰ ਫਲੋਰੀਡਾ ਦੇ ਪਾਮ ਬੀਚ ਵਿੱਚ ਮਾਰੇ ਲਾਗੋ 'ਚ ਇੱਕ ਬਹੁਤ ਵੱਡਾ ਐਲਾਨ ਕਰਨ ਜਾਵਾਂਗਾ। ਦਰਅਸਲ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਵਾਈਟ ਹਾਊਸ ਦੇ ਲਈ 2024 ਦੀ ਦੌੜ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਲੱਖਾਂ ਅਮਰੀਕੀ ਵੋਟਾਂ ਦੇ ਦੌਰਾਨ ਇਹ ਫੈਸਲਾ ਕਰਨਗੇ ਕਿ ਅਮਰੀਕਾ ਦੀ ਰਾਜਨੀਤੀ ਆਉਣ ਵਾਲੇ ਵੇਲੇ ਕਿਹੜੇ ਰੁਖ ਵਿੱਚ ਬਦਲੇਗੀ। ਇਸ ਨੂੰ ਬਾਈਡਨ ਦੀ ਪ੍ਰਸਿੱਧੀ ਅਤੇ ਜ਼ਮੀਨ ਤੇ ਉਹਨਾਂ ਦੇ ਕੰਮ ਦੇ ਨਤੀਜੇ ਵਜੋਂ ਵੀ ਦੇਖਿਆ ਜਾ ਰਿਹਾ। ਜੇਕਰ ਬਾਈਡਨ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਇਹ ਚੋਣਾਂ ਦਾ ਨਤੀਜਾ ਬਹੁਤ ਮਹੱਤਵਪੂਰਨ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਮੱਧਕਾਲੀ ਚੋਣਾਂ 'ਚ ਵੋਟਰਾਂ ਦੇ ਲਈ ਅਮਰੀਕੀ ਅਰਥ ਵਿਵਸਥਾ ਸਭ ਤੋਂ ਵੱਡਾ ਮੁੱਦਾ ਸੀ ਔਰ ਅਮਰੀਕਾ 'ਚ ਮਹਿੰਗਾਈ 40 ਸਾਲ ਦੇ ਉੱਚ ਪੱਧਰ ਤੇ ਹੈ। ਮੱਧਕਾਲੀ ਚੋਣਾਂ ਦੇ ਨਤੀਜੇ 2024 ਦੀਆਂ ਰਾਸ਼ਟਰਪਤੀ ਚੋਣਾਂ ਤੇ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਸਥਿਤੀ ਕਾਫੀ ਸੁਧਰ ਸਕਦੀ ਹੈ। ਇਹ ਚੋਣਾਂ ਹਰ 2 ਸਾਲਾਂ ਬਾਅਦ ਹੁੰਦੀਆਂ ਨੇ। ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਕੰਪਿਊਟਰ ਵਿਗਿਆਨ ਦੀ ਇੱਕ ਭਾਰਤੀ ਅਮਰੀਕੀ ਮਹਿਲਾ ਪ੍ਰੋਫੈਸਰ ਨੂੰ ਨਕਾਰਾਤਮਕ ਉਪਭੋਗਤਾ ਅਨੁਭਵਾਂ ਨੂੰ ਘਟਾਉਣ ਦੇ ਲਈ ਇੱਕ ਟੂਲ ਡਿਜ਼ਾਈਨ ਕਰਨ ਲਈ ਐਮਾਜ਼ਨ ਰਿਸਰਚ ਅਵਾਰਡ ਮਿਲਿਆ। ਕੰਸਾਸ ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਵਿੱਤਰਤਾ ਪ੍ਰਭਾਕਰ ਐਮਾਜ਼ਨ ਤੋਂ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਚੋਂ ਇੱਕ ਹੈ। ਪ੍ਰਭਾਕਰ ਇਸ ਸਮੇਂ ਨੈਸ਼ਨਲ ਸਾਇੰਸ ਫਾਊਂਡੇਸ਼ਨ ਵਿੱਚ ਇੱਕ ਪ੍ਰੋਗਰਾਮ ਡਾਇਰੈਕਟਰ ਵਜੋਂ ਕੰਮ ਕਰ ਰਹੇ ਨੇ ਅਤੇ ਇਸ ਸਮੇਂ ਛੁੱਟੀ ਤੇ ਨੇ। ਟੂਲ ਦੀ ਵਰਤੋਂ ਮਸ਼ੀਨ ਲਰਨਿੰਗ ਆਧਾਰਿਤ ਸੌਫਟਵੇਅਰ ਸਿਸਟਮ ਦੇ ਉਪਭੋਗਤਾ ਅਨੁਭਵ ਵਿੱਚ ਵਿਘਨਕਾਰੀ ਤਬਦੀਲੀਆਂ ਨੂੰ ਘੱਟ ਕਰਨ ਲਈ ਕੀਤੀ ਜਾਏਗੀ, ਕਿਉਂਕਿ ਉਤਪਾਦਨ ਨੇ ਸਮੇਂ ਦੇ ਨਾਲ ਸੁਧਾਰਿਆ ਜਾਂਦਾ ਹੈ ਅਤੇ ਮੁੜ ਸਿਖਲਾਈ ਦਿੱਤੀ ਜਾਂਦੀ ਹੈ। ਪ੍ਰਭਾਕਰ ਨੇ ਕਿਹਾ ਕਿ ਪ੍ਰੋਜੈਕਟ ਦਾ ਵਿਆਪਕ ਉਦੇਸ਼ ਇਹ ਹੈ ਕਿ ਮਸ਼ੀਨ ਲਰਨਿੰਗ ਆਧਾਰਿਤ ਪ੍ਰਣਾਲੀ ਦੇ 2 ਸੰਸਕਰਣ ਸਮਾਨ ਨੇ ਜਾਂ ਇਸ ਬਾਰੇ ਉਹ ਖੁਦ ਹੀ ਦੱਸ ਸਕਦੇ ਨੇ।
ਪ੍ਰਭਾਕਰ ਨੇ ਅਰਬਾਨਾ ਕੈਂਪੇਨ ਵਿੱਚ ਯੂਨੀਵਰਸਿਟੀ ਆਫ ਇਲੀਨੋਇਸ ਤੋਂ ਕੰਪਿਊਟਰ ਵਿਗਿਆਨ ਵਿੱਚ ਡਾਕਟਰੇਟ ਅਤੇ ਅਪਲਾਈਡ ਮੈਥਮੈਟਿਕਸ ਵਿੱਚ ਮਾਸਟਰਸ ਦੀ ਡਿਗਰੀ ਲਈ ਹੈ। ਇਸ ਤੋਂ ਬਾਅਦ ਉਹਨਾਂ ਨੇ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਵਿਖੇ ਸੈਂਟਰ ਫਾਰ ਦਾ ਮੈਥਮੈਟਿਕਸ ਆਫ ਇਨਫੋਰਮੇਸ਼ਨ ਪੋਸਟ ਕਾਰਟਲਡ ਫੈਲੋਸ਼ਿਪ ਕੀਤੀ ਹੈ। दुनिया च इस साल का आखिरी चंद ग्रहण नज़र आया और भारत च ग्रहण दोपहर 2:39 ते शुरू होया। अमेरिका विच ग्रहण स्थानक समय अनुसार तड़के 3:02 ते शुरू होया। यह चंद ग्रहण अशंक है पर फिर भी इसनूं लैके उत्साह बरकरार है। इस तो बाद साल 2025 च चंद ग्रहण नज़र आएगा। इस चंद ग्रहण नूं ब्लड मून भी कहा जाता है। ग्रहण उत्तरी अमेरिका तो लैके प्रशांत आस्ट्रेलिया ते एशिया तक दिखाई देगा। चंद ग्रहण दौरान चंद्रमा धरती के परछावे विचों दी लंघदा है ਜਦੋਂ कि सूरज पिछे हो जाता है। यह चंद ग्रहण दक्षिणी अमरीका, उत्तरी अमरीका, आस्ट्रेलिया, एशिया, उत्तरी अटलांटिक महासागर ਅਤੇ प्रशांत महासागर के खेत्रों में भी दिखाई देगा। नासा ने लिखा है कि ग्रहण दौरान चंद हल्का होना शुरू हो जाता है पर इस तो बाद भी ये बहुत आकर्षक दिखाई देता है। ग्रहण शाम 4:09 ते अपने सिखर ते सी ਅਤੇ लगभग 1 घंटे तक इंज ही रहा। ਇਹ ਉਹ ਸਮਾਂ ਹੈ ਜਦੋਂ ਚੰਦ ਧਰਤੀ ਦੇ ਪਰਛਾਵੇਂ ਚੋਂ ਲੰਘਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਚੰਦ ਦਾ ਹਨੇਰਾ ਹਿੱਸਾ ਧਰਤੀ ਦੇ ਪਰਛਾਵੇਂ ਵਿੱਚ ਲੁਕਿਆ ਹੁੰਦਾ ਹੈ। ਨਾਸਾ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਦੇ ਅਸ਼ੰਕ ਗ੍ਰਹਿਣ ਨਹੀਂ ਦੇਖਿਆ ਤਾਂ ਤੁਸੀਂ ਇਸ ਨੂੰ ਨੰਗੀ ਅੱਖ ਨਾਲ ਦੇਖ ਸਕਦੇ ਹੋ। ਜਿਵੇਂ ਚੰਦ ਧਰਤੀ ਦੇ ਪਰਛਾਵੇਂ ਵਿੱਚੋਂ ਲੰਘਦਾ ਹੈ, ਅਜਿਹਾ ਲੱਗਦਾ ਹੈ ਜਿਵੇਂ ਕਿਸੇ ਨੇ ਇਸ ਨੂੰ ਡਿਸਕ ਤੋਂ ਕੱਟ ਕੇ ਇੱਕ ਪਾਸੇ ਰੱਖ ਦਿੱਤਾ ਹੈ। ਇਸ ਦੌਰਾਨ ਚੰਦ ਤਾਂਬੇ ਵਾਂਗ ਲਾਲ ਹੋ ਜਾਏਗਾ। ਇਸ ਨੂੰ ਦੇਖਣ ਲਈ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਟੈਲੀਸਕੋਪ ਦੀ ਵਰਤੋਂ ਵੀ ਕਰ ਸਕਦੇ ਸੀ। ਜੋ ਲੋਕ ਇਸ ਚੰਦ ਗ੍ਰਹਿਣ ਨੂੰ ਨਹੀਂ ਦੇਖ ਪਾਏ ਉਹ ਇਹਨਾਂ ਨੂੰ ਹੁਣ 2025 'ਚ ਹੀ ਦੇਖ ਸਕਦੇ ਨੇ। ਹਾਲਾਂਕਿ 2023 ਅਤੇ 2024 ਵਿੱਚ ਵੀ ਅਸ਼ੰਕ ਗ੍ਰਹਿਣ ਦਿਖਾਈ ਦੇਗਾ। ਵਿਗਿਆਨੀਆਂ ਦੇ ਅਨੁਸਾਰ ਚੰਦ ਸੂਰਜ ਤੋਂ ਆਪਣੀ ਰੋਸ਼ਨੀ ਪ੍ਰਦਾਨ ਕਰਦਾ ਹੈ ਪਰ ਕਈ ਵਾਰ ਸੂਰਜ ਦੁਆਲੇ ਘੁੰਮਦੇ ਹੋਏ ਧਰਤੀ ਚੰਦ ਅਤੇ ਸੂਰਜ ਦੇ ਵਿਚਕਾਰ ਆ ਜਾਂਦੀ ਹੈ। ਇਸ ਸਮੇਂ ਚੰਦ ਧਰਤੀ ਦੇ ਪਰਛਾਵੇਂ ਵਿੱਚ ਲੁਕ ਜਾਂਦਾ ਹੈ। ਪੂਰਨਮਾਸ਼ੀ ਦੌਰਾਨ ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆਉਂਦੀ ਹੈ ਤਾਂ ਇਸ ਦਾ ਪਰਛਾਵਾਂ ਚੰਦਰਮਾ ਤੇ ਪੈਂਦਾ ਹੈ। ਇਸ ਸਮੇਂ ਚੰਦ ਦਾ ਉਹ ਹਿੱਸਾ ਹਨੇਰੇ ਵਿੱਚ ਹੋ ਜਾਂਦਾ ਹੈ। ਜਦੋਂ ਧਰਤੀ ਤੋਂ ਇਸ ਨੂੰ ਦੇਖਿਆ ਜਾਏ ਤਾਂ ਇਹ ਕਾਲਾ ਦਿਖਾਈ ਦਿੰਦਾ ਹੈ। ਇਸ ਮੌਕੇ ਨੂੰ ਚੰਦ ਗ੍ਰਹਿਣ ਕਿਹਾ ਜਾਂਦਾ ਹੈ। ਇਸ ਦੌਰਾਨ ਚੰਦ ਦਾ ਉਹੀ ਹਿੱਸਾ ਕਾਲਾ ਦਿਖਾਈ ਦਿੰਦਾ ਹੈ। ਅਮਰੀਕਾ ਤੋਂ ਪੰਜਾਬੀਆਂ ਲਈ ਮੰਦਭਾਗੀ ਖਬਰ ਉਸ ਵੇਲੇ ਸਾਹਮਣੇ ਆਈ ਜਦੋਂ ਕੈਲੀਫੋਰਨੀਆ ਵਿੱਚ ਤਰਨਤਾਰਨ ਦੇ ਵਾਸੀ ਜਤਿੰਦਰ ਸਿੰਘ ਦੀ ਮੌਤ ਹੋ ਗਈ। ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ 7 ਸਾਲ ਪਹਿਲਾਂ ਵਿਦੇਸ਼ ਗਏ ਇਸ ਨੌਜਵਾਨ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੀ ਗਈ। ਜਤਿੰਦਰ ਸਿੰਘ ਹੁਣ 7 ਸਾਲ ਬਾਅਦ ਅਗਲੇ ਸਾਲ 2023 ਦੇ ਜਨਵਰੀ ਮਹੀਨੇ ਵਿੱਚ ਭਾਰਤ ਆਉਣ ਦੀ ਯੋਜਨਾ ਬਣਾ ਰਿਹਾ ਸੀ। ਅਮਰੀਕਾ ਦੀ ਮੀਟ ਪ੍ਰੋਸੈਸਿੰਗ ਕੰਪਨੀ ਟਾਇਸਨ ਫੂਡਸ ਦੇ CFO ਜੋਹਨ ਆਰ ਟਾਇਸਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਟਾਇਸਨ ਨਸ਼ੇ 'ਚ ਧੁੱਤ ਹੋ ਕੇ ਇੱਕ ਅਣਜਾਣ ਔਰਤ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਉਸਦੇ ਬਿਸਤਰ ਤੇ ਸੌਂ ਗਿਆ। ਜੌਨ ਆਰ ਟਾਇਸਨ ਫੂਡਸ ਕੰਪਨੀ ਦੇ ਸੰਸਥਾਪਕ ਦਾ ਪੜਪੋਤਾ ਹੈ। ਜੌਨ ਨੇ ਇਸ ਘਟਨਾ ਦੇ ਲਈ ਮੁਆਫੀ ਮੰਗੀ ਹੈ। मीडिया रिपोर्टां के मुताबिक यह घटना अमेरिका के अरकनसास सूबे की है। फैटविले पुलिस ने दस्सिया कि एतवार सवेरे एक औरत ने अजीब शिकायत की कि जदों अपने घर पहुंची तो उसने एक अणपछाते व्यक्ति नूं अपने घर में सुता देखा। औरत की शिकायत तो बाद जदों पुलिस अधिकारी मौके पर पहुंचे तो देखा कि एक व्यक्ति बैड ते जमीन ते कपड़े पा के गूढ़ी नींद च सौ रहा। इस तो बाद उसनूं जगाउण की कोशिश की गई पर वह कुछ भी बोलण तो असमर्थ रहा। जॉन नूं चुकते समय पुलिस नूं पता लग्या कि वह नशे विच है। पुलिस ने जॉन आर टायसन दे शराब पी के लोकां विच हंगामा करन अते किसी दी जायदाद विच दखल होण दा दोष लगाया है। टायसन $415 बांड ते रिहा होण तो बाद 1 दसंबर नूं अदालत विच पेश होएगा। इस दौरान कंपनी टायसन फूड्स ने इस घटना ते टिप्पणी करन तो इनकार करदिआं इस नूं अपना निजी मामला दस्सिआ है। हालांकि टायसन ने इस घटना दे लई माफ़ी मंगते हुए कहा कि वह शराब छड्डण दे लई काउंसलिंग सेंटर का सहारा लै रहा है। उसने कहा मैं निजी आचरण ते शर्मिंदा हाँ जो मेरियां निजी कदरां कीमतां कंपनी दीयां कदरां कीमतां अते उम्मीदां नाल मेल नहीं खांदा जो असीं इत्थे टायसन फूड्स ते एक दूजे लई रखदे हां। ਮੱਧਕਾਲੀ ਚੋਣਾਂ ਦੇ ਦੌਰਾਨ ਅਮਰੀਕਾ ਦੇ ਕੁਝ ਰਾਜਾਂ ਵਿੱਚ ਵੋਟਰਾਂ ਦੀ ਪਛਾਣ ਸੰਬੰਧੀ ਕਾਨੂੰਨ ਹੋਣ ਕਾਰਨ ਹਜ਼ਾਰਾਂ ਯੋਗ ਟਰਾਂਸਜੈਂਡਰ ਮਤਦਾਤਾਵਾਂ ਵੱਲੋਂ ਵੋਟ ਪਾਏ ਜਾਣ ਸਮੇਂ ਰੁਕਾਵਟਾਂ ਖੜੀਆਂ ਹੋਈਆਂ। ਵਿਲੀਅਮਸ ਇੰਸਟੀਚਿਊਟ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਸਕੂਲ ਆਫ ਲਾਅ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ 43% ਦੀ ਯੋਗ ਟਰਾਂਸਜੈਂਡਰ ਮਤਦਾਤਾ ਉਹਨਾਂ ਰਾਜਾਂ ਵਿੱਚ ਰਹਿੰਦੇ ਨੇ ਜਿੱਥੇ ਦਰੁਸਤ ਪਛਾਣ ਦਸਤਾਵੇਜ਼ਾਂ ਦੀ ਅਣਹੋਂਦ ਹੈ। ਇਨ੍ਹਾਂ ਰਾਜਾਂ ਵਿੱਚ ਨਿੱਜੀ ਤੌਰ ਤੇ ਵੋਟਾਂ ਪਾਈਆਂ ਜਾਂਦੀਆਂ ਨੇ पर दस्तावेज़ों में ट्रांसजेंडर वोटरों के लिंग का स्पष्ट वेरवा नहीं होता जिस कारण हो सकता है कि ट्रांसजेंडर लोग अपने वोट के अधिकार की वरतों सही तरह नहीं कर सकते।
ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸੋਮਵਾਰ ਨੂੰ ਕੁਝ ਮਹਿਲਾਵਰਾਂ ਨੇ ਇੱਕ ਅਮਰੀਕੀ ਸਹਾਇਤਾ ਕਰਮੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। 2 ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਅਮਰੀਕੀ ਸਹਾਇਤਾ ਕਰਮੀ ਨੂੰ ਟਿਗਰਿਸ ਨਹਿਰ ਦੇ ਪੂਰਬੀ ਕੰਢੇ ਤੇ ਮੱਧ ਕਰਾਡਰਾ ਜ਼ਿਲ੍ਹੇ 'ਚ ਉਸ ਦੀ ਕਾਰ 'ਚ ਗੋਲੀ ਮਾਰ ਦਿੱਤੀ ਗਈ। ਉਹ ਇਸੇ ਇਲਾਕੇ 'ਚ ਰਹਿੰਦਾ ਸੀ। ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗਾ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਮੇਂ ਵਿਅਕਤੀ ਦੀ ਪਤਨੀ ਤੇ ਬੱਚਾ ਵੀ ਕਾਰ 'ਚ ਸਨ। ਹਾਲਾਂਕਿ ਉਹ ਦੋਵੇਂ ਸੁਰੱਖਿਅਤ ਨੇ। ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਉਹ ਵਿਅਕਤੀ ਆਪਣੀ ਗਲੀ 'ਚ ਪਹੁੰਚਿਆ ਤਾਂ ਇੱਕ ਕਾਰ ਨੇ ਉਸ ਦਾ ਰਸਤਾ ਰੋਕਿਆ ਤੇ ਦੂਜੀ ਕਾਰ 'ਚ ਸਵਾਰ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਹ ਸਪਸ਼ਟ ਨਹੀਂ ਹੋਇਆ ਕਿ ਹਮਲਾਵਰ ਵਿਅਕਤੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਾਂ ਨਹੀਂ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੀਡ ਪ੍ਰਾਈਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੰਤਰਾਲਾ ਬਗਦਾਦ ਵਿੱਚ ਇੱਕ ਅਮਰੀਕੀ ਸਹਾਇਤਾ ਕਰਮੀ ਦੇ ਕਤਲ ਦੀ ਖਬਰ ਨਾਲ ਦੁਖੀ ਹੈ ਤੇ ਉਸ ਦੀ ਜਾਂਚ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਮੰਤਰਾਲਾ ਅਜੇ ਵੀ ਮੌਤ ਦੀ ਵਜ੍ਹਾ ਕੀ ਸੀ, ਉਹ ਵਿਅਕਤੀ ਅਮਰੀਕੀ ਨਾਗਰਿਕ ਸੀ ਜਾਂ ਨਹੀਂ, ਇਸ ਦੀ ਪੁਸ਼ਟੀ ਕਰਨ ਦੀ ਸਥਿਤੀ 'ਚ ਨਹੀਂ ਹੈ। ਦ ਐਸੋਸੀਏਟਿਡ ਪ੍ਰੈਸ ਨੂੰ ਮਿਲੇ ਦਸਤਾਵੇਜ਼ਾਂ ਦੇ ਮੁਤਾਬਕ ਉਹ ਵਿਅਕਤੀ ਪਿਛਲੇ ਸਾਲ ਮਈ ਤੋਂ ਕਰਾਰਡਾ ਦੇ ਵਾਦਾ ਇਲਾਕੇ 'ਚ ਇੱਕ ਅਪਾਰਟਮੈਂਟ ਕਿਰਾਏ ਤੇ ਲੈ ਕੇ ਰਹਿ ਰਿਹਾ ਸੀ। ਕਤਲ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਦ ਐਸੋਸੀਏਟਿਡ ਪ੍ਰੈਸ ਵੱਲੋਂ ਅਮਰੀਕੀ ਦੂਤਘਰ ਦੇ ਅਧਿਕਾਰੀਆਂ ਨਾਲ ਇਸ ਸੰਬੰਧੀ ਸੰਪਰਕ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੇਵਲ ਗੋਲੀਬਾਰੀ ਦੀ ਸੂਚਨਾ ਮਿਲੀ ਹੈ, ਉਸ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਆਪਣੀ ਗੰਦੀ ਖੇਡ ਰਾਹੀਂ ਕੈਨੇਡੀਅਨ ਲੋਕਤੰਤਰ ਨੂੰ ਖੋਖਲਾ ਕਰਨ ਦੇ ਪੁਰਜ਼ੋਰ ਯਤਨ ਕਰ ਰਿਹਾ। ਟਰੂਡੋ ਦੀ ਇਹ ਟਿੱਪਣੀ ਉਸ ਰਿਪੋਰਟ ਤੋਂ ਬਾਅਦ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬੀਜਿੰਗ ਨੇ 2019 ਵਿੱਚ ਕੈਨੇਡਾ ਦੀਆਂ ਆਮ ਚੋਣਾਂ ਦੌਰਾਨ ਉਮੀਦਵਾਰਾਂ ਦੇ ਇੱਕ ਲੁਕਵੇਂ ਧੜੇ ਦੀ ਆਰਥਿਕ ਮਦਦ ਕੀਤੀ। ਕੈਨੇਡਾ 'ਚ ਐਮਰਜੈਂਸੀ ਐਕਟ ਦੀ ਜਾਂਚ ਮਾਮਲੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਵੱਡੀ ਰਾਹਤ ਮਿਲੀ ਹੈ। ਫੈਡਰਲ ਕੋਰਟ ਨੇ ਇਸ ਮਾਮਲੇ ਵਿੱਚ ਪ੍ਰੀਮੀਅਰ ਨੂੰ ਗਵਾਹੀ ਤੋਂ ਛੋਟ ਦੇ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਾਂਚ ਕਮਿਸ਼ਨ ਨੇ ਓਨਟਾਰੀਓ ਦੇ ਪ੍ਰੀਮੀਅਰ ਅਤੇ ਡਿਪਟੀ ਪ੍ਰੀਮੀਅਰ ਨੂੰ ਗਵਾਹੀ ਲਈ ਸਮਨ ਜਾਰੀ ਕੀਤੇ ਸੀ। ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਸੰਬੰਧਿਤ ਸੂਬਾਈ ਅਤੇ ਕੇਂਦਰੀ ਮਹਿਕਮਿਆਂ 'ਚ ਸਰਕਾਰੀ ਨੌਕਰੀਆਂ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਸਰਕਾਰੀ ਪੈਨਸ਼ਨਾਂ ਦਾ ਲਾਭ ਲੈ ਰਹੇ ਉਹ ਲਾਭਪਾਤਰੀ ਜੋ ਹੁਣ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿ ਰਹੇ ਨੇ ਦੇ ਜਿਉਂਦੇ ਹੋਣ ਦਾ ਸਬੂਤ ਸੰਬੰਧਿਤ ਵਿਭਾਗਾਂ ਨੂੰ ਭੇਜਣ ਲਈ ਭਾਰਤੀ ਦੂਤਵਾਸ ਟੋਰਾਂਟੋ ਵੱਲੋਂ ਬੀਤੇ ਦਿਨੀ ਲਾਈਫ ਸਰਟੀਫਿਕੇਟ ਬਣਾਉਣ ਦਾ ਕੈਂਪ ਬਰੈਂਪਟਨ ਦੇ ਗੁਰਦੁਆਰਾ ਨਾਨਕਸਰ ਸਤਸੰਗ ਸਭਾ ਆਫ ਓਨਟਾਰੀਓ ਵਿਖੇ ਲਗਾਇਆ ਗਿਆ। ਇੱਥੇ ਸੈਂਕੜਾਂ ਹੀ ਲੋਕਾਂ ਵੱਲੋਂ ਇਹ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲਿਆ ਗਿਆ। ਜਿਸ ਬਾਰੇ ਗੱਲ ਕਰਦੇ ਹਾਂ, ਭਾਰਤੀ ਦੂਤਘਰ ਦੇ ਸੀਨੀਅਰ ਅਧਿਕਾਰੀ ਪੀਕੇ ਮੁੰਜ਼ਾਲ ਅਤੇ ਗੁਰਵਿੰਦਰ ਸਿੰਘ ਮਰਵਾਹ ਨੇ ਦੱਸਿਆ ਕਿ ਇੱਥੇ ਉਹਨਾਂ ਦੀ ਟੀਮ ਦੇ ਮੁਕੇਸ਼ ਪੁਰੀ, ਮਿਸਿਸ ਨਮਰਤਾ ਆਦਿ ਵੱਲੋਂ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕੌਂਸਲੇਟ ਜਨਰਲ ਆਫ ਟੋਰਾਂਟੋ ਸ੍ਰੀਮਤੀ ਅਪੂਰਵਾ ਸ੍ਰੀਵਸਤਵਾ ਅਤੇ ਕੈਨੇਡਾ ਤੋਂ ਭਾਰਤੀ ਹਾਈ ਕਮਿਸ਼ਨਰ ਸ੍ਰੀ ਸੰਜੇ ਵਰਮਾ ਦੇ ਨਿਰਦੇਸ਼ਾਂ ਤੇ ਇਹ ਸੇਵਾਵਾਂ ਦੋਸਤਾਨਾ ਮਾਹੌਲ ਵਿੱਚ ਦਿੱਤੀਆਂ ਜਾ ਰਹੀਆਂ। ਕੈਨੇਡਾ ਦੀ ਵਿਮੀ ਫਾਊਂਡੇਸ਼ਨ ਵੱਲੋਂ ਐਬਸਟਫੋਰਡ ਨਿਵਾਸੀ ਸਿੱਖ ਵਿਦਿਆਰਥੀ ਪ੍ਰਭਪ੍ਰੀਤ ਗਿੱਲ ਨੂੰ ਵਿਮੀ ਪਲਗਾਮਸ 2022 ਦਾ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ। ਪ੍ਰਭਪ੍ਰੀਤ ਸਿੰਘ ਇਹ ਸਨਮਾਨ ਪ੍ਰਾਪਤ ਕਰਨ ਵਾਲਾ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਇੱਕੋ ਇੱਕ ਵਿਦਿਆਰਥੀ ਹੈ। ਉਸ ਨੂੰ ਇਹ ਸਨਮਾਨ ਪਹਿਲੀ ਵਿਸ਼ਵ ਜੰਗ ਵਿੱਚ ਕੈਨੇਡਾ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਤੇ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾਉਣ ਬਦਲੇ ਦਿੱਤਾ ਗਿਆ। ਵਿਮੀ ਫਾਊਂਡੇਸ਼ਨ ਅਪ੍ਰੈਲ 1917 ਵਿੱਚ ਬਿਮੀ ਰਿਜ ਵਿਖੇ ਹੋਈ ਪਹਿਲੀ ਵਿਸ਼ਵ ਜੰਗ ਦੀ ਜਿੱਤ ਨੂੰ ਸਮਰਪਿਤ ਸੰਸਥਾ ਹੈ ਜਿਹੜੀ ਕੈਨੇਡਾ ਦੀ ਪਹਿਲੀ ਵਿਸ਼ਵ ਜੰਗ ਵਿੱਚ ਭੂਮਿਕਾ ਬਾਰੇ ਸਿੱਖਿਆ ਸੇਵਾਵਾਂ ਪ੍ਰਦਾਨ ਕਰਦੀ ਹੈ। ਪ੍ਰਭਪ੍ਰੀਤ ਸਿੰਘ ਗਿੱਲ ਐਬਸਟਫੋਰਡ ਦੇ ਰਿਕੋ ਹੈਂਸਨ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ ਤੇ ਸਕੂਲ ਵਿੱਚ ਗਲੋਬਲ ਅਵੇਅਰਨੈਸ ਕਲੱਬ ਦਾ ਆਗੂ ਹੈ ਅਤੇ ਅਮਰੀਕਾ ਦੇ ਸਟੇਟ ਵਿਭਾਗ ਦਾ 2022 ਦਾ ਯੂਥ ਐਂਬੈਸਡਰ ਹੈ। ਪ੍ਰਭਪ੍ਰੀਤ ਸਿੰਘ ਗਿੱਲ 11 ਨਵੰਬਰ ਨੂੰ ਰਿਮਬੈਰਸ ਡੇ ਤੇ ਸਮਾਗਮ 'ਚ ਹਿੱਸਾ ਲੈਣ ਲਈ ਫਰਾਂਸ ਤੇ ਬੈਲਜੀਅਮ ਜਾ ਰਿਹਾ ਹੈ। ਕੈਨੇਡਾ ਸਰਕਾਰ ਦਾ ਮਿਨਿਸਟਰ ਆਫ ਸੀਨੀਅਰਜ਼ ਮੰਤਰੀ ਕਮਲ ਖਹਿਰਾ ਨੇ ਦਸ਼ਮੇਸ਼ ਕਲਚਰਲ ਸੀਨੀਅਰਜ਼ ਸੁਸਾਇਟੀ ਕੈਲਗਰੀ ਨੂੰ ਨਿਊ ਹੋਰਾਈਜ਼ਨਜ਼ ਪ੍ਰੋਗਰਾਮ ਅਧੀਨ $25,000 ਦੀ ਗ੍ਰਾਂਟ ਬਜ਼ੁਰਗਾਂ ਦੇ ਲਈ ਪੰਜਾਬੀ 'ਚ ਅਲੈਕਸਾ ਪ੍ਰੋਗਰਾਮ ਵਿਕਸਿਤ ਕਰਨ ਵਾਸਤੇ ਮੁਹੱਈਆ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਫੰਡਾਂ ਦੀ ਵਰਤੋਂ ਬਜ਼ੁਰਗਾਂ ਲਈ ਭਾਸ਼ਾ ਅਤੇ ਟੈਕਨੋਲੋਜੀ ਦੀ ਰੁਕਾਵਟ ਨੂੰ ਦੂਰ ਕਰਨ ਲਈ ਇੱਕ ਨਵੀਨਤਾਕਾਰੀ ਹੱਲ ਲਈ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰੋਜੈਕਟ ਨੂੰ ਹੋਰ ਵਿਕਸਿਤ ਕਰਨ ਅਤੇ ਇਸ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਉਮੀਦ ਕਰਦੀ ਹਾਂ ਅਤੇ ਨੇੜਲੇ ਭਵਿੱਖ ਵਿੱਚ ਹੋਰ ਅਪਡੇਟ ਵੀ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਵਧਾਈ ਦਿੰਦੀ ਹਾਂ ਜਿਨ੍ਹਾਂ ਨੇ ਸੀਨੀਅਰਸ ਦੇ ਲਈ ਨਿਊ ਹੋਰਾਈਜ਼ਨਜ਼ ਪ੍ਰੋਗਰਾਮ ਲਈ ਫੰਡ ਪ੍ਰਾਪਤ ਕੀਤਾ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੀ ਇੱਕ ਅਦਭੁਤ ਪਹਿਲਕਦਮੀ ਹੈ ਜੋ ਬਜ਼ੁਰਗਾਂ ਨੂੰ ਨਵੀਆਂ ਤਕਨੀਕਾਂ ਨਾਲ ਬਿਹਤਰ ਏਕੀਕ੍ਰਿਤ ਕਰਨ 'ਚ ਮਦਦ ਕਰੇਗੀ। ਕੈਨੇਡਾ ਵਸਦੇ ਪੰਜਾਬੀਆਂ ਨੇ ਉੱਚੇ ਅਹੁਦਿਆਂ ਤੇ ਪਹੁੰਚ ਕੇ ਭਾਈਚਾਰੇ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਹੁਣ ਪੰਜਾਬ ਦੇ ਫਗਵਾੜਾ ਦੇ ਕਰਨਲ ਦਾ ਪੁੱਤਰ ਕੈਨੇਡਾ ਵਿੱਚ ਮੇਅਰ ਬਣੇ ਨੇ।
ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਸੁਰਿੰਦਰਪਾਲ ਰਠੌਰ ਨੇ ਸਕਾਰਾਤਮਕ ਸੋਚ ਅਤੇ ਦ੍ਰਿੜ ਇਰਾਦੇ ਨਾਲ ਵਿਲੀਅਮ ਲੋਕ ਸਿਟੀ ਦੇ ਮੇਅਰ ਦਾ ਅਹੁਦਾ ਹਾਸਲ ਕੀਤਾ। ਆਪਣੇ 22 ਸਾਲਾਂ ਦੇ ਸਿਆਸੀ ਕੈਰੀਅਰ ਨੂੰ ਜਾਰੀ ਰੱਖਣ ਤੋਂ ਬਾਅਦ ਉਹ ਮੇਅਰ ਦੇ ਅਹੁਦੇ ਤੇ ਪਹੁੰਚੇ। ਰਾਠੌਰ ਅਨੁਸਾਰ ਕੈਨੇਡਾ ਵਿੱਚ ਕਿਸੇ ਵੀ ਭਾਰਤੀ ਨੇ ਇੰਨੇ ਲੰਬੇ ਸਮੇਂ ਤੱਕ ਸਿਆਸੀ ਤੌਰ ਤੇ ਯਾਤਰਾ ਨਹੀਂ ਕੀਤੀ। ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਸੀ ਅਤੇ ਇਸ ਦੌਰਾਨ ਉਹਨਾਂ ਨੇ ਕਈ ਉਤਰਾਅ ਚੜ੍ਹਾਅ ਦੇਖੇ, ਪਰ ਉਹ ਸਕਾਰਾਤਮਕ ਸੋਚ ਨਾਲ ਅੱਗੇ ਵਧਦੇ ਰਹੇ। ਸੁਰਿੰਦਰਪਾਲ ਰਠੌਰ ਦੇ ਪਿਤਾ ਕਰਨਲ ਅਵਤਾਰ ਸਿੰਘ ਭਾਰਤੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਅੰਬਾਲਾ ਵਿੱਚ ਤਾਇਨਾਤ ਸਨ। ਸੁਰਿੰਦਰਪਾਲ ਰਠੌਰ ਨੇ ਦੱਸਿਆ ਕਿ ਉਹਨਾਂ ਅੰਬਾਲਾ ਕੈਂਟ ਦੇ ਸਨਾਤਨ ਧਰਮ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਫਿਰ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਦਾਖਲਾ ਲਿਆ, ਪਰ ਇੱਥੇ ਉਹਨਾਂ ਨੂੰ ਆਪਣੀ ਪੜ੍ਹਾਈ ਅਧੂਰੀ ਛੱਡਣੀ ਪਈ। ਸੁਰਿੰਦਰਪਾਲ ਨੇ ਦੱਸਿਆ ਕਿ ਪਿਤਾ ਦੇ ਫੌਜ ਵਿੱਚ ਹੋਣ ਕਾਰਨ ਉਹਨਾਂ ਨੂੰ ਜੀਵਨ ਤੋਂ ਸ਼ੁਰੂ ਤੋਂ ਹੀ ਭਾਰਤੀ ਫੌਜ ਨਾਲ ਡੂੰਘਾ ਲਗਾਅ ਹੈ। ਉਹ ਅਕਸਰ ਆਪਣੇ ਪਿਤਾ ਨਾਲ ਫੌਜ ਦੇ ਕੰਮਕਾਜ ਅਤੇ ਹੋਰ ਪਹਿਲੂਆਂ ਬਾਰੇ ਗੱਲ ਕਰਦੇ ਰਹਿੰਦੇ ਸਨ। ਉਹਨਾਂ ਨੇ ਦੱਸਿਆ ਕਿ ਕੈਨੇਡਾ ਦੀ ਸਿਟੀ ਆਫ ਵਿਲੀਅਮ ਲੇਕ ਵਿੱਚ ਸਾਲ 1974 ਵਿੱਚ ਪਹੁੰਚ ਗਏ ਸਨ। ਇੱਥੇ ਉਹਨਾਂ ਦਾ ਇੱਕ ਭਾਰਤੀ ਪਰਿਵਾਰ ਵਿੱਚ ਰਿਸ਼ਤਾ ਤੈਅ ਹੋ ਚੁੱਕਾ ਸੀ। ਕੈਨੇਡਾ ਵਿੱਚ ਪਹਿਲੀ ਵਾਰ ਜਦੋਂ ਉਹਨਾਂ ਨੂੰ ਨੌਕਰੀ ਮਿਲੀ ਤਾਂ ਉਹ ਲੱਕੜ ਦੇ ਆਰਾ ਮਸ਼ੀਨ ਤੇ ਮਿਲੀ ਸੀ। ਇੱਥੇ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਆਪਣਾ ਨਾਮ ਚਮਕਾਇਆ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਸਟ੍ਰੇਲੀਆ 'ਚ ਵਸਦੇ ਸਮੁੱਚੇ ਸਿੱਖਾਂ ਦੇ ਨਾਂ ਇੱਕ ਸੰਦੇਸ਼ ਜਾਰੀ ਕੀਤਾ ਸੀ ਅਤੇ ਇਸ ਸੰਦੇਸ਼ ਨੂੰ ਜਾਰੀ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ। ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਗਏ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਐਂਥਨੀ ਅਲਬਨੀਜ਼ ਦੁਆਰਾ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਿੱਖਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੁਦਰਤੀ ਆਫਤਾਂ ਸਮੇਂ ਜਦੋਂ ਵੀ ਆਸਟ੍ਰੇਲੀਆ ਨੂੰ ਲੋੜ ਪਈ ਹੈ, ਸਿੱਖ ਭਾਈਚਾਰੇ ਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਦਾ ਉਚੇਚੇ ਤੌਰ ਤੇ ਵੀ ਜ਼ਿਕਰ ਕੀਤਾ ਹੈ। ਪ੍ਰਧਾਨ ਮੰਤਰੀ ਦੇ ਅਨੁਸਾਰ ਸਿੱਖ ਭਾਈਚਾਰਾ ਆਸਟ੍ਰੇਲੀਆ ਦਾ ਅਨਿੱਖੜਵਾਂ ਅੰਗ ਹੈ ਜੋ ਕਿ ਇਸ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਿਹਾ ਹੈ। ਪਿਛਲੇ 74 ਵਰ੍ਹਿਆਂ ਤੋਂ ਸੰਸਾਰ ਭਰ ਦੀ ਨਾਨਕ ਨਾਮ ਲੇਵਾ ਸੰਗਤ ਤੇ ਵਿਸ਼ੇਸ਼ ਤੌਰ ਤੇ ਸਿੱਖਾਂ ਵੱਲੋਂ ਪੰਥ ਤੋਂ ਵਿਛੋੜੇ ਗਏ ਗੁਰੂ ਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਦੀ ਨਿਤ ਅਰਦਾਸ ਕੀਤੀ ਜਾ ਰਹੀ ਹੈ। ਅਰਦਾਸ 3 ਵਰ੍ਹੇ ਪਹਿਲਾਂ 9 ਨਵੰਬਰ 2019 ਨੂੰ ਕਰਤਾਰਪੁਰ ਲਾਂਘੇ ਦੇ ਰੂਪ ਵਿੱਚ ਪੂਰੀ ਵੀ ਹੋਈ। ਪਾਕਿਸਤਾਨ ਦੀ ਪਿਛਲੀ ਇਮਰਾਨ ਖਾਨ ਦੀ ਸਰਕਾਰ ਵੱਲੋਂ ਜ਼ਿਲ੍ਹਾ ਨਾਰੋਵਾਲ ਵਿੱਚ ਸਥਾਪਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਸਾਂਝਾ ਲਾਂਘਾ ਬਣਾਏ ਜਾਣ ਦੇ ਲਈ ਸਾਲ 2000 ਵਿੱਚ ਸਹਿਮਤੀ ਪ੍ਰਗਟ ਕਰਨ ਦੇ 18 ਵਰ੍ਹੇ ਬਾਅਦ ਭਾਰਤੀ ਸਿਆਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਦੌਰਾਨ ਲਾਂਘਾ ਖੋਲ੍ਹਣ ਦੇ ਲਈ ਅਮਲੀ ਰੂਪ ਵਿੱਚ ਭਾਰਤ ਨਾਲ ਗੱਲਬਾਤ ਦੀ ਸ਼ੁਰੂਆਤ ਹੋਈ, ਜਿਸ ਦੇ ਬਾਅਦ 26 ਨਵੰਬਰ ਨੂੰ ਭਾਰਤ ਪਾਸੇ ਡੇਰਾ ਬਾਬਾ ਨਾਨਕ ਤੇ 28 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਸ ਸਾਂਝੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਮੁੱਚੇ ਸਿੱਖ ਜਗਤ ਨੂੰ ਕਰਤਾਰਪੁਰ ਲਾਂਘੇ ਦਾ ਅਮੁੱਲਾ ਤੋਹਫਾ ਦੇ ਕੇ ਇੱਕ ਇਤਿਹਾਸ ਰਚਿਆ। ਦੇਸ਼ ਦੀ ਵੰਡ ਬਾਅਦ ਸਿੱਖ ਸ਼ਰਧਾਲੂ ਜਿਸ ਸਥਾਨ ਤੇ 4 ਕਿਲੋਮੀਟਰ ਦੀ ਦੂਰੀ ਤੋਂ ਪੱਬਾਂ ਭਾਰ ਖੜੇ ਹੋ ਕੇ ਦਰਸ਼ਨ ਕਰਦੇ ਆ ਰਹੇ ਸਨ, ਇਮਰਾਨ ਖਾਨ ਨੇ ਉੱਥੇ ਸਰਹੱਦੀ ਬੰਦਸ਼ਾਂ ਖਤਮ ਕਰਕੇ ਸਿੱਖ ਕੌਮ ਦਾ ਦਿਲ ਹਮੇਸ਼ਾ ਲਈ ਜਿੱਤ ਲਿਆ। ਦੋਵੇਂ ਮੁਲਕਾਂ ਦੀਆਂ ਸਰਕਾਰਾਂ ਦੇ ਸਾਂਝੇ ਯਤਨਾਂ ਨਾਲ ਹੋਂਦ ਵਿੱਚ ਆਏ ਇਸ ਲਾਂਘੇ ਨੂੰ ਅਮਨ ਦਾ ਪੁਲ ਤੇ ਮੁਹੱਬਤ ਦੀ ਰਾਹਦਾਰੀ ਵਰਗੇ ਨਾਵਾਂ ਨਾਲ ਨਿਵਾਸਿਆ ਗਿਆ। ਦੋਵੇਂ ਪਾਸੇ ਦੀਆਂ ਸਰਕਾਰਾਂ ਵੱਲੋਂ ਸਰਹੱਦਾਂ ਦੀ ਦੂਰੀ ਖਤਮ ਕਰਦਿਆਂ ਅਮਨ, ਭਾਈਚਾਰੇ ਤੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਾਲੇ ਇਸ ਸਾਂਝੇ ਲਾਂਘੇ ਦੀ ਕੀਤੀ ਸ਼ੁਰੂਆਤ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਸੀ ਕਿ ਇਹ ਲਾਂਘਾ ਕੇਵਲ ਭਾਰਤੀ ਯਾਤਰੂਆਂ ਨੂੰ ਸਰਹੱਦ ਪਾਰ ਸਥਿਤ ਸਿੱਖ ਧਰਮ ਦੀ ਅਕੀਦਤ ਤੇ ਕੇਂਦਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਹੀ ਨਹੀਂ ਕਰਵਾਏਗਾ, ਸਗੋਂ ਇਹ ਲਾਂਘਾ ਦੋਵਾਂ ਮੁਲਕਾਂ ਵਿਚਾਲੇ ਲੰਬੇ ਸਮੇਂ ਤੋਂ ਬਣਾਈਆਂ ਆ ਰਹੀਆਂ ਸਰਹੱਦੀ ਤੇ ਸਿਆਸੀ ਤਲਖੀਆਂ ਨੂੰ ਵੀ ਖਤਮ ਕਰਨ 'ਚ ਸਹਾਇਕ ਹੋਏਗਾ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਕਿਹਾ ਹੈ ਕਿ ਉਹ ਰੂਸ ਨਾਲ ਸ਼ਾਂਤੀ ਸੰਬੰਧੀ ਗੱਲਬਾਤ ਦੇ ਲਈ ਤਿਆਰ ਨੇ। ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੇ ਲਈ ਆਪਣੀਆਂ ਸ਼ਰਤਾਂ ਦੁਹਰਾਉਂਦਿਆਂ ਕਿਹਾ ਕਿ ਰੂਸ ਵੱਲੋਂ ਯੂਕਰੇਨ ਦੀ ਕਬਜ਼ਾ ਕੀਤੀ ਸਾਰੀ ਜ਼ਮੀਨ ਵਾਪਸ ਕੀਤੀ ਜਾਏ ਅਤੇ ਜੰਗ ਦੌਰਾਨ ਹੋਏ ਨੁਕਸਾਨ ਦੇ ਲਈ ਮੁਆਵਜ਼ਾ ਦਿੱਤਾ ਜਾਏ ਅਤੇ ਜੰਗੀ ਤਸ਼ੱਦਦ ਕਰਨ ਵਾਲਿਆਂ ਤੇ ਕੇਸ ਚਲਾਏ ਜਾਣ। ਜ਼ਿਕਰਯੋਗ ਹੈ ਕਿ ਰੂਸ ਤੇ ਯੂਕਰੇਨ ਵਿਚਾਲੇ ਜੰਗ ਦੇ ਸ਼ੁਰੂਆਤੀ ਦੌਰ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੇ ਲਈ ਬੈਲਾਰੂਸ ਤੇ ਤੁਰਕੀ ਵਿੱਚ ਗੱਲਬਾਤ ਦੇ ਕਈ ਦੌਰ ਚੱਲ ਰਹੇ ਸਨ ਜੋ ਬੇਨਤੀਜਾ ਰਹੇ ਔਰ ਮਾਰਚ ਮਹੀਨੇ ਵਿੱਚ ਇਸਤਾਨਬੁਲ 'ਚ ਦੋਹਾਂ ਦੇਸ਼ਾਂ ਦੇ ਵਫਦਾਂ ਦੀ ਆਖਰੀ ਗੱਲਬਾਤ ਹੋਈ ਸੀ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਟਵਿੱਟਰ ਵੱਲੋਂ ਹਾਲ ਹੀ ਵਿੱਚ ਨੌਕਰੀਆਂ 'ਚ ਕੀਤੀ ਕਟੌਤੀ ਤੋਂ ਬਾਅਦ ਹੁਣ ਫੇਸਬੁੱਕ ਦੀ ਮਾਲਕ ਕੰਪਨੀ ਮੈਟਾ ਵੀ ਇਸ ਹਫ਼ਤੇ ਵੱਡੇ ਪੱਧਰ ਉੱਤੇ ਲੋਕਾਂ ਨੂੰ ਨੌਕਰੀਆਂ ਤੋਂ ਕੱਢ ਰਹੀ ਹੈ ਔਰ ਇਸ ਮੀਡੀਆ ਰਿਪੋਰਟ ਦੇ ਮੁਤਾਬਕ ਇਹ ਕੰਪਨੀ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਸਾਬਤ ਹੋ ਸਕਦੀ ਹੈ। ਦਾ ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਮੁਤਾਬਕ ਮੈਟਾ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਦੇ ਲਈ ਕਹਿ ਸਕਦੀ ਹੈ
ਅਜਿਹਾ ਬੁੱਧਵਾਰ ਤੱਕ ਹੋ ਸਕਦਾ ਹੈ। ਇਸ ਵੇਲੇ ਕੰਪਨੀ ਨਾਲ 87,000 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਨੇ। ਰਿਪੋਰਟ ਦੇ ਮੁਤਾਬਕ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਇਸ ਹਫ਼ਤੇ ਗੈਰ ਜ਼ਰੂਰੀ ਸਫ਼ਰ ਰੱਦ ਕਰਨ ਲਈ ਕਿਹਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕੰਪਨੀ ਨੇ 18 ਸਾਲਾਂ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਲੇ-ਆਫ ਹੋਏਗਾ। ਟਵਿੱਟਰ ਨੇ ਪਿਛਲੇ ਹਫ਼ਤੇ ਦੁਨੀਆ ਭਰ ਵਿੱਚ ਆਪਣੇ ਕਰੀਬ ਅੱਧੇ ਮੁਲਾਜ਼ਮ ਨੌਕਰੀਓਂ ਕੱਢ ਦਿੱਤੇ ਸੀ। ਮੈਟਾ ਦੇ CEO ਮਾਰਕ ਜ਼ਕਰਬਰਗ ਨੇ ਕਿਹਾ ਕਿ ਕੰਪਨੀ ਤਰਜੀਹੀ ਵਿਕਾਸ ਵਾਲੇ ਥੋੜ੍ਹੇ ਖੇਤਰਾਂ ਉੱਤੇ ਧਿਆਨ ਕੇਂਦਰਿਤ ਕਰੇਗੀ ਤੇ ਨਿਵੇਸ਼ ਕਰੇਗੀ। ਇਸ ਦਾ ਮਤਲਬ ਇਹ ਹੈ ਕਿ ਕੁਝ ਟੀਮਾਂ ਅਰਥਪੂਰਨ ਢੰਗ ਨਾਲ ਅੱਗੇ ਵਧਣਗੀਆਂ, ਪਰ ਜ਼ਿਆਦਾਤਰ ਹੋਰ ਟੀਮਾਂ ਅਗਲੇ ਸਾਲ ਸਥਿਰ ਰਹਿਣਗੀਆਂ ਜਾਂ ਸੁੰਗੜ ਜਾਣਗੀਆਂ। ਜ਼ਕਰਬਰਗ ਨੇ ਕੰਪਨੀ ਦੀ ਤੀਜੀ ਤਿਮਾਹੀ ਦੀ ਆਮਦਨ ਦੇ ਵੇਰਵੇ ਸਾਂਝੇ ਕਰਦਿਆਂ ਪਿਛਲੇ ਮਹੀਨੇ ਕਿਹਾ ਸੀਗਾ ਕਿ ਮੈਟਾ ਦਾ ਰੂਪ 2023 ਵਿੱਚ ਕੁਝ ਛੋਟਾ ਹੋਏਗਾ। ਰਿਪੋਰਟ ਦੇ ਮੁਤਾਬਕ ਮੈਟਾ ਨੇ ਮਹਾਮਾਰੀ ਦੌਰਾਨ ਕਾਫੀ ਨੌਕਰੀਆਂ ਦਿੱਤੀਆਂ ਸਨ, ਕਿਉਂਕਿ ਜ਼ਿਆਦਾਤਰ ਕਾਰੋਬਾਰ ਆਨਲਾਈਨ ਹੋ ਗਏ ਸਨ। ਸਾਲ 2020 ਤੇ 2021 ਵਿੱਚ 27,000 ਤੋਂ ਵੱਧ ਮੁਲਾਜ਼ਮ ਮੈਟਾ ਨਾਲ ਜੁੜੇ। ਦੱਸਣਯੋਗ ਹੈ ਕਿ ਮੈਟਾ ਦਾ ਸਟਾਕ ਇਸ ਸਾਲ 70% ਤੋਂ ਡਿੱਗ ਗਿਆ ਹੈ ਤੇ ਜ਼ਕਰਬਰਗ ਮੈਟਾਵਰਸ ਦੇ ਵਿਚਾਰ ਉੱਤੇ ਕਾਫੀ ਪੈਸਾ ਖਰਚ ਕਰ ਰਹੇ ਸਨ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰ ਦਿਓ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ।